ਲੀਡਰਾਂ ਤਾਂ ਬੋਲਣਾ ਹੀ ਨਹੀਂ, ਉਹ ਤਾਂ ਮਰੇ ਹੋਏ। ਅਸੀਂ ਤਾਂ ਇਲੈਕਸ਼ਨ ਖਾਤਰ ਕਰ ਰਹੇ ਹਾਂ, ਅਸੀਂ ਉਹਨੂੰ 10 ਜਾਂ 15 ਜਾਂ 20 ਘੰਟੇ ਅੰਦਰ ਬਿਠਾਉਣਾ ਸੀ, ਹੋਰ ਸਾਡਾ ਕੋਈ ਮਕਸਦ ਨਹੀਂ ਸੀ। ਤੁਹਾਡੇ ਮੂੰਹ ਤੇ ਇੱਕ ਚਪੇੜ ਵੱਜ ਰਹੀ ਹੈ ਕਿ ਸਿੱਖੋ ਤੁਸੀਂ ਗੁਲਾਮ ਜੇ, ਜੋ ਮਰਜ਼ੀ ਕਰ ਲਓ। ਗੁਲਾਮਾਂ ਯਹੂਦੀਆਂ ਤੋਂ ਲੈ ਕੇ ਅੱਜ ਤੱਕ ਇਹੀ ਹੋਇਆ ਹੈ। ਹਜ਼ਾਰਾਂ ਦੀ ਗਿਣਤੀ 'ਚ ਮੁੰਡੇ ਮਾਰ ਦਿੱਤੇ ਜਾਣ, ਘਰੋਂ ਚੁੱਕ ਕੇ ਮਾਰ ਦਿੱਤੇ ਜਾਂਦੇ ਹੋਣ, ਇੱਕੋ ਗੱਲ ਕਹਿ ਦੇਣ। ਉਸ ਵਕਤ ਕਹਿੰਦੇ ਹੁੰਦੇ ਸੀ ਕਬੂਤਰ ਫੜ ਲਿਓ। ਇਸ ਪੰਜਾਬ ਦੇ ਅੰਦਰ ਤੁਸੀਂ ਕਦੋਂ ਵੀ ਕੋਈ ਮਰਜ਼ੀ ਅਫੈਂਸ ਕਰ ਦਿਓ, ਕੋਈ ਜ਼ੁਲਮ ਕਰ ਦਿਓ, ਕੋਈ ਜੁਰਮ ਕਰ ਦਿਓ, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ। ਤੁਹਾਡੇ ਮਗਰ ਇੱਕ ਪਾਵਰਫੁਲ ਹੱਥ ਚਾਹੀਦਾ। ਖਾਰਾ ਸਾਹਿਬ ਗੁਨਾਹਗਾਰ ਤਾਂ ਉਹ ਲੋਕ ਵੀ ਜਿਹੜੇ ਨੇ ਉੱਚੀਆਂ ਪਦਵੀਆਂ ਤੇ ਫਿਰ ਬਿਠਾਏ, ਜਿਹੜੇ ਨੇ ਇਹਨਾਂ ਨੂੰ ਡੀਜੀਪੀ ਬਣਾਇਆ। ਦੇਖੋ ਪਹਿਲਾਂ ਅਕਾਲੀ ਸੀ, ਹੁਣ ਕਾਂਗਰਸੀ ਨੇ। ਮਰਨ ਵਾਲਾ ਸਿੱਖ, ਇਹਦੀ ਥਾਂ ਤੇ ਕੋਈ ਵੱਧ ਗਿਣਤੀ ਵਾਲਾ ਬੰਦਾ ਹੁੰਦਾ ਨਾ, ਕਿਤੇ 2 ਬੰਦੇ 'ਚ 1 ਬੰਦਾ ਵੀ ਮਾਰਿਆ ਹੁੰਦਾ ਤੇ ਹੁਣ ਸਰਦਾਰ ਜੀ ਸਟੇਟ ਦੂਜੇ ਬੰਨੇ ਲਾਈ ਪਈ ਹੋਣੀ ਸੀ। ਲੀਡਰਾਂ ਨੂੰ ਜ਼ਰੂਰੀ ਹੈ ਵੀ ਇਹਨਾਂ ਲੋਕਾਂ ਨੂੰ ਅੰਦਰ ਬਾੜਨਾ ਜਿਹੜਾ ਤੇ ਪਹਿਲਾਂ ਹੀ ਕਿੰਤੂ ਪਰੰਤੂ ਉੱਠਦੇ। ਜਿਸ ਦਿਨ ਅਰੈਸਟ ਪਾਈ ਹੈ ਉਦੋਂ ਇਹਨਾਂ ਨੂੰ ਮਿਨਿਸਟਰਾਂ ਨੂੰ ਪਤਾ ਨਹੀਂ ਸੀ ਕਿ ਸਾਡੀ ਸਰਕਾਰ ਹੈ, ਪਿਛਲੇ 2020 ਦੇ ਵਿੱਚ ਆਰਡਰ ਹੋਇਆ ਹੈ। ਸਾਰੀ ਗਵਰਨਮੈਂਟ ਨੂੰ ਪਤਾ, ਸਾਰੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਟੀਮ ਹੈ ਸਾਰਿਆਂ ਦੀ ਨੌਲੇਜ ਦੇ ਵਿੱਚ ਹੈ। ਇਹ ਜਾਣ ਕੇ ਬੇਵਕੂਫ ਬਣਾ ਰਹੇ ਨੇ ਲੋਕਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਜਿੱਥੇ ਪਿਛਲੇ ਦਿਨੀ ਅਸੀਂ ਸੁਮੇਧ ਸਿੰਘ ਸੈਣੀ ਤੇ ਜੋ ਸਾਬਕਾ ਡੀਜੀਪੀ ਨੇ ਪੰਜਾਬ ਦੇ, ਹਮੇਸ਼ਾ ਉਹ ਅਫਸਰ ਜਿਹੜਾ ਵਿਵਾਦਾਂ ਦੇ ਵਿੱਚ ਰਿਹਾ, ਉਹਨਾਂ ਦੇ ਉੱਤੇ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਸੀ ਵੀ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ, ਜਾਂ ਉਹਨਾਂ ਦੇ ਉੱਤੇ ਜਿਹੜੇ ਦੋਸ਼ ਆ ਉਹ ਸਾਬਤ ਕਿਉਂ ਨਹੀਂ ਹੋ ਰਹੇ। ਇੰਨੇ ਕੇਸ ਚੱਲਦੇ ਨੇ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ, ਪਰ 30 ਘੰਟਿਆਂ ਦੇ ਅੰਦਰ ਅੰਦਰ ਹੀ ਸਾਰੀ ਗੇਮ ਬਦਲ ਜਾਂਦੀ ਆ ਤੇ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਵਾ ਵੀ 7 ਦਿਨਾਂ ਦਾ ਪਹਿਲਾਂ ਨੋਟਿਸ ਦੇਣਾ ਪਊਗਾ ਜੇ ਇਹਨਾਂ ਨੂੰ ਗ੍ਰਿਫਤਾਰ ਕਰਨਾਗਾ ਜਾਂ ਕੋਈ ਵੀ ਗੱਲਬਾਤ ਆ। ਪਰ ਅੰਦਰਲੀਆਂ ਕੀ ਬਰੀਕੀਆਂ ਆਈਆਂ, ਕੀ ਗੱਲਬਾਤ ਆ ਅੰਦਰਲੀ, ਕੀ ਇਹ ਪਹਿਲਾਂ ਹੀ ਪਤਾ ਸੀ ਬਿਜ਼ਨਸ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਹੀ ਪਤਾ ਸੀ, ਇਹਦੇ ਬਾਰੇ ਵੀ ਜਾਣਾਂਗੇ। ਤੇ ਖਾਸ ਤੌਰ ਤੇ ਗੱਲ ਕਰਾਂਗੇ ਅਸੀਂ ਇੱਕ ਹੋਰ ਅਫਸਰ ਬਾਰੇ, ਮੁਹੰਮਦ ਮੁਸਤਫਾ। ਉਹਨਾਂ ਨੂੰ ਵੀ ਸਾਰਾ ਪੰਜਾਬ ਜਾਣਦਾਗਾ ਤੇ ਜਿਹੜਾ ਕੁਝ ਉਹਨਾਂ ਨੇ ਕੀਤਾ ਉਹਦੇ ਬਾਰੇ ਵੀ ਸਭ ਨੂੰ ਪਤਾਗਾ। ਤੇ ਉਹਨਾਂ ਨੂੰ ਹੁਣ ਨਵਜੋਤ ਸਿੰਘ ਸਿੱਧੂ ਨੇ, ਜਿਹੜੇ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨੇ, ਉਹਨਾਂ ਨੇ ਆਪ ਦਾ ਰਣਨੀਤੀਕਾਰ ਪ੍ਰਿੰਸੀਪਲ ਸੈਕਟਰੀ ਲਾਇਆਗਾ। ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਹਾਜ਼ਰ ਰਹਿਣਗੇ ਐਡਵੋਕੇਟ ਹਰਪਾਲ ਸਿੰਘ ਖਾਰਾ। ਖਾਰਾ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਖਾਰਾ ਸਾਹਿਬ, ਪਹਿਲਾ ਸਵਾਲ ਤਾਂ ਇਹੀ ਆ, ਪਿਛਲੇ ਦਿਨੀ ਆਪਾਂ ਮੁਲਾਕਾਤ ਕੀਤੀ ਸੀ, ਉਸ ਤੋਂ ਬਾਅਦ ਚਲੋ ਗ੍ਰਿਫਤਾਰੀ ਤਾਂ ਹੋ ਗਈ। ਗ੍ਰਿਫਤਾਰੀ ਤੋਂ ਬਾਅਦ 30 ਘੰਟਿਆਂ ਦੇ ਅੰਦਰ ਅੰਦਰ ਹੀ ਬੜਾ ਕੁਝ ਬਦਲ ਗਿਆ। ਕੀ ਕਾਰਨ ਰਿਹਾ? ਦੇਖੋ, ਇਹ ਜਿਹੜਾ ਇੱਕ ਸਰਕਾਰ ਨੇ ਸਟੰਟ ਖੇਡਿਆ, ਉਸ ਦਿਨ ਵੀ ਮੈਂ ਇੱਕ ਗੱਲ ਕਹੀ ਸੀ ਕਿ ਜੇ ਇਹਨਾਂ ਨੇ ਅਰੈਸਟ ਕਰਨਾ ਹੋਵੇ ਤੇ ਆਪਦੀ ਮਰਜ਼ੀ ਨਾਲ ਜੋ ਮਰਜ਼ੀ ਕਰ ਲੈਣ। ਜੇ ਇਹਨਾਂ ਨੇ ਸਟੰਟ ਖੇਡਣਾ ਇਲੈਕਸ਼ਨਾਂ ਦੀ ਖਾਤਰ, ਉਹ ਉਹਨਾਂ ਨੇ ਖੇਡਤਾ ਹੈ। ਜਦ ਕਿ ਸਰਕਾਰ ਨੂੰ ਇਸ ਗੱਲ ਬਾਰੇ ਪਿਛਲੇ ਸਾਲ ਤੋਂ ਪਤਾ ਸੀ। 2020 ਦੇ ਅੰਦਰ ਜਦੋਂ 23/9/20 ਨੂੰ ਮਾਣਯੋਗ ਅਦਾਲਤ ਨੇ ਇੰਟਰਮ ਇਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਸਮੇਧ ਸਿੰਘ ਸੈਣੀ ਨੂੰ, ਉਸ ਵਕਤ ਇਹ ਕਿਹਾ ਸੀ ਕਿ 7 ਡੇ ਨੋਟਿਸ ਜਿਹੜਾ ਹੈ ਸਮੇਧ ਸਿੰਘ ਸੈਣੀ ਨੂੰ ਦੇਣਾ, ਜਿਹੜਾ ਉਹਦਾ ਡਿਊਰਿੰਗ ਸਰਵਿਸ ਪੀਰੀਅਡ ਕੋਈ ਵੀ ਉਹਦੇ ਖਿਲਾਫ ਕੋਈ ਐਕਸ਼ਨ ਹੁੰਦਾ ਜਾਂ FIR ਹੁੰਦੀ ਹੈ ਤਾਂ 7 ਡੇ ਨੋਟਿਸ ਉਹਨੂੰ ਮੈਂਡੇਟਰੀ ਸੀ। ਜਦ ਕਿ ਜਦੋਂ ਇਹ ਬਹਿਬਲ ਕਲਾਂ ਦੇ ਵਿੱਚ ਇਹ ਗੱਲ ਹੋਈ ਸੀ ਤਾਂ ਉਸ ਵਕਤ ਪੰਜਾਬ ਸਰਕਾਰ ਨੂੰ ਪਤਾ ਸੀ, ਜਿੰਨੀਆਂ ਇਨਵੈਸਟੀਗੇਸ਼ਨ ਟੀਮ ਸੀ ਪੰਜਾਬ ਦੀਆਂ, ਸਭ ਨੂੰ ਪਤਾ ਸੀ ਕਿ ਇਹਨੂੰ 7 ਡੇ ਨੋਟਿਸ ਦੇਣਾ ਜ਼ਰੂਰੀ ਹੈ। ਫਿਰ ਹੁਣ ਇਹਦੀ ਕੀ ਪ੍ਰੋਬਲਮ ਸੀ? ਕਾਰਨ ਕੀ ਹੈ ਕਿ ਅਸੀਂ ਤਾਂ ਇਲੈਕਸ਼ਨ ਖਾਤਰ ਕਰ ਰਹੇ ਹਾਂ, ਅਸੀਂ ਉਹਨੂੰ 10 ਜਾਂ 15 ਜਾਂ 20 ਘੰਟੇ ਅੰਦਰ ਬਿਠਾਉਣਾ ਸੀ, ਹੋਰ ਸਾਡਾ ਕੋਈ ਮਕਸਦ ਨਹੀਂ ਸੀ। ਇਹ ਸਰਕਾਰ ਜਿਹੜੀ ਹੈ, ਇਹ ਮੇਰੇ ਦੇਖਣ ਮੈਨੂੰ ਤਾਂ ਲੱਗਦਾ ਹੈ ਕਿ ਸ਼ਾਇਦ ਇੱਕ ਕੰਸੈਂਟ ਹੀ ਹੋਵੇ ਇਹਨਾਂ ਦੀ, ਹੋਰ ਕੁਝ ਨਹੀਂ। ਲੋਕਾਂ ਨੂੰ ਬੁੱਧੂ ਬਣਾ ਰਹੇ ਨੇ। ਕਿਉਂਕਿ ਦੇਖੋ ਤੁਸੀਂ, ਜਿਸ ਬੰਦੇ ਨੇ ਜਦੋਂ ਇੰਟਰਮ ਆਰਡਰ ਹੋਇਆ 20/9 ਨੂੰ ਪਿਛਲੇ ਸਾਲ 2020 ਦੇ ਵਿੱਚ, ਉਸ ਵਕਤ IG ਕੁੰਵਰ ਵਿਜੇ ਪ੍ਰਤਾਪ ਸੀ ਜੀ। ਰੋਜ਼ ਇਸ ਦੀ ਨਿਊਜ਼ ਆਉਂਦੀ ਸੀ, ਹਰ ਚੈਨਲ ਤੇ ਇਹੀ ਨਿਊਜ਼ ਚੱਲਦੀ ਸੀ। ਤੇ ਸਰਕਾਰ ਨੂੰ ਤਾਂ ਉਦੋਂ ਦਾ ਪਤਾ ਸੀ ਕਿ ਇਹਨੂੰ 7 ਡੇ ਨੋਟਿਸ ਇਸ ਬੰਦੇ ਨੂੰ ਦੇਣਾ ਹੈ। ਸਰਕਾਰ ਨੇ ਨਹੀਂ ਦਿੱਤਾ। ਇਟ ਮੀਨਸ ਸਰਕਾਰ ਜਿਹੜੀ ਮਿਲੀ ਭੁਗਤ ਨਾਲ ਕਰ ਰਹੀ, ਕੰਮ ਕਰ ਰਹੀ ਹੈ, ਸਿਰਫ ਇੱਕ ਇਲੈਕਸ਼ਨ ਜਿੱਤਣ ਦੀ ਖਾਤਰ ਸਾਰਾ ਕੁਝ ਕਰ ਰਹੇ ਨੇ। ਸਾਡੇ ਨਾਲ ਕੋਈ ਹਮਦਰਦੀ ਨਹੀਂ ਹੈ ਨਾ। ਤੁਹਾਨੂੰ ਇਹ ਲੱਗਦਾ ਵੀ ਸਾਰਾ ਕੁਝ ਵੋਟਾਂ ਦੀ ਖਾਤਰ ਕਰਿਆ ਜਾ ਰਿਹਾ? ਇਹ ਸਭ ਕੁਝ ਵੋਟਾਂ ਦੀ ਖਾਤਰ। ਮੈਂ ਉਸ ਦਿਨ ਵੀ ਕਿਹਾ ਸੀ ਕਿ 2022 ਦੇ ਮਾਰਚ ਤੋਂ ਬਾਅਦ ਸਾਰਾ ਖਤਮ ਹੋ ਜਾਣਾ ਹੈ।
ਕੋਈ ਇਹਨਾਂ ਨੂੰ ਸਿੱਖਾਂ ਨਾਲ ਹਮਦਰਦੀ ਜੀ। ਨਹੀਂ, ਕੋਈ ਇਹਨਾਂ ਨੂੰ ਕੇਸਾਂ 'ਚ ਹਮਦਰਦੀ ਨਹੀਂ, ਇਹਨਾਂ ਨੂੰ ਸਿਰਫ ਰਾਜ ਤਿੱਕਰ ਹੀ ਮਤ ਵਾਲਾ ਇਸ ਗਵਰਨਮੈਂਟ। ਜੀ, ਜਿਹੜਾ ਇਹ ਖਰਾ ਸਾਹਿਬ ਆਪਾਂ ਕਹਿ ਦਈਏ ਵੀ ਪਹਿਲਾਂ ਆਇਆ ਵਾ ਸੀਗਾ ਵੀ ਇਹਨਾਂ ਨੇ 7 ਦਿਨਾਂ ਦਾ ਨੋਟਿਸ ਹੀ ਦੇਣਾਗਾ, ਉਹ ਕਿਹੜੇ ਕੇਸ 'ਚ ਆਇਆ ਸੀਗਾ? ਉਹ ਜਿਸ ਵਕਤ ਇਹਨਾਂ ਨੂੰ ਬਾਈਬਲ ਕਲਾਂ ਦੇ ਵਿੱਚ ਜਿਹੜੇ ਕੇਸ ਸੀ 302 307 ਦਾ, ਤੇ ਉਸ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਇਨਵੋਲਵਮੈਂਟ ਇਸ ਦੇ ਵਿੱਚ ਹੋਊਗੀ, ਜੀ। ਤਾਂ ਉਸਨੇ ਹਾਈ ਕੋਰਟ 'ਚੋਂ ਪ੍ਰੋਟੈਕਸ਼ਨ ਲਈ ਸੀ। ਉਹ ਹਰ ਬੰਦੇ ਦਾ ਰਾਈਟ ਹੈ, ਉਹ ਕੋਈ ਬੰਦਾ ਮਰਜ਼ੀ ਜਾ ਸਕਦਾ ਹੈ। ਤੇ ਹਾਈ ਕੋਰਟ ਨੇ ਆਰਡਰ ਕਰਤਾ ਸੀ ਕਿ ਇਹਨੂੰ 7 ਡੇ ਨੋਟਿਸ ਇਹਨੂੰ ਦੇਣਾ ਜ਼ਰੂਰੀ ਹੈ। ਪਰ ਪੰਜਾਬ ਸਰਕਾਰ ਨੂੰ ਸਾਰੀ ਇਨਵੈਸਟੀਗੇਸ਼ਨ ਟੀਮਾਂ ਨੂੰ ਇਸ ਬਾਰੇ ਨੌਲੇਜ ਸੀ। ਸੋ ਜਾਣ ਬੁੱਝ ਕੇ ਜਿਹੜਾ ਮੇਰੇ ਦੇਖਣ 'ਚ ਇਹਨਾਂ ਨੇ ਕੀਤਾ ਇੱਕ ਡਰਾਮਾ ਕੀਤਾ ਹੈ ਕਿ ਠੀਕ ਆ ਮੀਡੀਆ ਜਿਹੜਾ ਤੁਹਾਡੇ ਵਰਗਾ ਮੀਡੀਆ ਜ਼ਿਆਦਾ ਅੱਗੇ ਆ ਗਿਆ ਸੀ, ਇਹਨਾਂ ਨੇ ਕਿਹਾ ਕਿਸ ਤਰੀਕੇ ਨਾਲ ਖਹਿੜਾ ਛੜਾਈਏ, ਤਾਂ ਇਹਨਾਂ ਨੇ ਇੱਕ ਦਿਨ ਜਾਂ 10 ਘੰਟੇ ਹੁੰਦੀ ਕਸਟਡੀ ਵਿੱਚ ਪਵਾ ਕੇ ਤੈਨੂੰ ਰਿਲੀਜ਼ ਕਰਨਾ ਪਿਆ। ਇੱਕ ਗੱਲ ਖਰਾ ਸਾਹਿਬ ਹੋਰ ਸਮਝਾਇਓ, ਜਿਹੜੇ ਕੇਸ ਸੁਮੇਧ ਸਿੰਘ ਸੈਣੀ ਤੇ ਚੱਲ ਰਿਹਾ ਉਹਨਾਂ ਵਾਸਤੇ ਕਿ ਜਿਹੜੇ ਨਵੇਂ ਕੇਸ ਆ ਉਹਨਾਂ ਵਾਸਤੇ ਵੀ 7 ਦਿਨਾਂ ਦਾ ਨੋਟਿਸ, ਜੇ ਉਹ ਕੋਈ ਨਵਾਂ ਕੇਸ ਵੀ ਨਿਕਲਦਾਗਾ? ਨਹੀਂ, ਡਿਊਰਿੰਗ ਸਰਵਿਸ ਹੁੰਦੀ ਜਿਹੜਾ ਵੀ ਕੋਈ ਉਹਦੇ ਖਿਲਾਫ FIR ਦਰਜ ਹੁੰਦੀ ਹੈ ਤਾਂ ਪੰਜਾਬ ਸਰਕਾਰ ਨੂੰ ਨੌਲੇਜ ਹੈ, ਉਹਦੇ ਵਿੱਚ 7 ਡੇ ਨੋਟਿਸ ਇਹਨਾਂ ਨੂੰ ਮੈਂਡੇਟਰੀ ਹੈ, ਇਹਨਾਂ ਨੂੰ ਦੇਣਾ ਹੀ ਪੈਣਾ, ਇਹਨਾਂ ਨੂੰ ਹਰ ਹਾਲਤ 'ਚ ਦੇਣਾ ਪਊਗਾ। ਇਹ ਇਹਨਾਂ ਦੀ ਨੌਲੇਜ ਦੇ ਵਿੱਚ ਸੀ। ਤਾਂ ਮੇਰੇ ਦੇਖਣ ਦੇ ਨਾਲ ਜਾਣਬੁੱਝ ਕੇ ਕੀਤਾ ਕਿ ਸਾਨੂੰ ਲਾਹਨਤ ਬੜੀ ਪੈ ਰਹੀ ਹੈ, ਅਸੀਂ ਕੁਝ ਕੀਤਾ ਤਾਂ ਹੈ ਨਹੀਂ। 4.5 ਸਾਲ ਦੇ ਵਿੱਚ ਪਹਿਲੋਂ ਅਕਾਲੀਆਂ ਦੀ ਗਵਰਨਮੈਂਟ ਸੀ, ਉਹਨਾਂ ਨੇ ਉਹਨਾਂ ਨੂੰ ਬਚਾਇਆ ਹੈ, ਤੇ ਹੁਣ ਸਾਨੂੰ ਲਾਹਨਤ ਪੈਂਦੀ। 4.5 ਸਾਲ ਸਾਨੂੰ ਹੋ ਗਏ ਨੇ, ਤੇ ਜੋ ਮਰਜ਼ੀ ਮਾਰ ਸਕਦੇ ਨੇ ਪੰਜਾਬ 'ਚ ਕਿਸੇ ਨੂੰ, ਇਹ ਕੋਈ ਸੁਣਵਾਈ ਨਹੀਂ ਕਿਸੇ ਦੀ। ਬਾਅਦ ਦੇ ਵਿੱਚ ਤਾਂ ਆਹੀ ਜੋ ਹੋ ਗਿਆ ਹੁਣ ਕੱਲ, ਇਹਦੋਂ ਬਾਅਦ ਕੀ ਹੋ ਸਕਦਾ? ਕੈਬਨਿਟ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਵੀ ਪਿੱਟ ਰਹੇ ਨੇ, ਉਹ ਵੀ ਕਹਿ ਰਹੇ ਨੇ ਵੀ ਇਹ ਕੀ ਹੋ ਗਿਆ। ਤੁਹਾਨੂੰ ਲੱਗਦਾ ਵੀ ਆਪਸ 'ਚ ਵੀ ਸਰਕਾਰ ਕਿਤੇ ਨਾ ਕਿਤੇ ਭੰਬਲ ਭੂਸੇ 'ਚ ਪਈ ਵੀ ਆ? ਉਹ ਨਹੀਂ ਜੀ, ਇਹਨਾਂ ਦੀਆਂ ਗੱਲਾਂ ਦਾ ਸਾਨੂੰ ਬਾਅਦ 'ਚ ਇਹ ਕੀ ਹੋ ਗਿਆ ਇਹਨਾਂ ਨੂੰ ਸਾਰਾ ਹੀ ਪਤਾ ਸੀ। ਜਿਸ ਦਿਨ ਅਰੈਸਟ ਪਾਈ ਹੈ ਉਦੋਂ ਇਹਨਾਂ ਨੂੰ ਮਿਨਿਸਟਰਾਂ ਨੂੰ ਪਤਾ ਨਹੀਂ ਸੀ ਕਿ ਸਾਡੀ ਸਰਕਾਰ ਹੈ, ਪਿਛਲੇ 2020 ਦੇ ਵਿੱਚ ਆਰਡਰ ਹੋਇਆ ਹੈ। ਸਾਰੀ ਗਵਰਨਮੈਂਟ ਨੂੰ ਪਤਾ, ਸਾਰੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਟੀਮ ਹੈ ਸਾਰਿਆਂ ਦੀ ਨੌਲੇਜ ਦੇ ਵਿੱਚ ਹੈ। ਇਹ ਜਾਣ ਕੇ ਬੇਵਕੂਫ ਬਣਾ ਰਹੇ ਨੇ ਲੋਕਾਂ ਨੂੰ ਇਹ। ਸੋ ਮੇਰੇ ਦੇਖਣ ਦੇ ਵਿੱਚ ਮੈਂ ਤਾਂ ਇਹ ਅੰਦਾਜ਼ਾ ਲਾਇਆ ਹੈ ਕਿ ਤੁਸੀਂ ਕਿਸੇ ਪੰਜਾਬ ਦੇ ਅੰਦਰ ਜਾਂ ਕਿਤੇ ਵੀ ਸਿੱਖਾਂ ਨੂੰ ਮਾਰ ਸਕਦੇ ਹੋ, ਤੁਹਾਨੂੰ ਖੁੱਲੀ ਛੁੱਟੀ ਹੈ। ਤੁਹਾਡੇ ਖਿਲਾਫ ਕੋਈ ਐਲੀਗੇਸ਼ਨ ਜਿੰਨਾ ਮਰਜ਼ੀ ਲਾ, ਤੁਹਾਨੂੰ ਫੜਨਾ ਤਾਂ ਕਿਸੇ ਨੇ ਹੈ ਹੀ ਨਹੀਂ। ਇੱਕ ਹੋਰ ਗੱਲ ਵੀ ਹੈ ਖਾਰਾ ਸਾਹਿਬ, ਜੇ ਇਹਨਾਂ ਨਾਲ ਪਹਿਲਾਂ ਹੀ ਇਦਾਂ ਸੀਗਾ, ਸਾਰੀਆਂ ਜਿਹੜੀਆਂ ਇਨਵੈਸਟੀਗੇਸ਼ਨ ਟੀਮਸ ਆ ਉਹਨਾਂ ਨੂੰ ਵੀ ਪਤਾ ਸੀਗਾ, ਸਰਕਾਰ ਨੂੰ ਵੀ ਪਤਾ ਸੀ, ਵਿਜੀਲੈਂਸ ਨੂੰ ਪਤਾ ਸੀਗਾ, ਇਹ ਗੱਲ ਪਹਿਲਾਂ ਕਿਉਂ ਨਹੀਂ ਬਾਹਰ ਆਈ? ਬਾਹਰ ਇਸ ਤਰ੍ਹਾਂ 'ਚ ਕਰਨਾ ਹੀ ਡਰਾਮਾ ਸੀ। ਇੱਕ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਹੈ, ਉਹਦੀ ਅਰੈਸਟ ਪਾ ਰਹੇ ਨੇ, ਪਤਾ ਤਾਂ ਉਹਨਾਂ ਨੂੰ ਸਾਰਾ ਹੀ ਸੀ। ਕੀ ਕੋਈ ਦੱਸੋ ਤੁਸੀਂ ਮੈਨੂੰ, ਜੇ ਆਮ ਕੇਸ ਹੋਵੇ ਨਾ ਜੀ, ਕੋਈ ASI ਪੱਧਰ ਦਾ ਬੰਦਾ ਹੋਵੇ ਤਾਂ ਆਪਾਂ ਕਹਿ ਦਈਏ ਕਿ ਠੀਕ ਆ, ਉਹਨੂੰ ਨਹੀਂ ਪਤਾ ਸੀ। ਪਰ ਜਿੱਥੇ ਮੇਰੇ ਦੇਖਣ ਦੇ ਵਿੱਚ ਐਡਾ ਹਾਈ-ਫਾਈ ਕੇਸ ਨੇ, ਇਹਨਾਂ ਲੋਕਾਂ ਦੀ ਨੌਲੇਜ ਦੇ ਵਿੱਚ ਹੈ, ਉਹ DSP ਹੈ, ਉਹਨੂੰ ਸਾਰੀ ਨੌਲੇਜ ਇਸ ਬਾਰੇ। ਕਿਉਂ ਨਾ ਨੌਲੇਜ ਹੋਊਗੀ ਕਿ ਪੰਜਾਬ 'ਚ ਰੌਲਾ ਨਹੀਂ ਪਿਆ ਪਹਿਲਾਂ? ਉਦੋਂ ਵੀ ਅਰੈਸਟ ਅਸੀਂ ਰੌਲਾ ਇਹੀ ਪਾਇਆ ਸੀ ਕਿ ਬੰਦਾ ਅਰੈਸਟ ਹੋਣਾ ਜ਼ਰੂਰੀ ਹੈ, ਪਰ ਉਦੋਂ ਪਤਾ ਲੱਗਾ ਜਦੋਂ 7 ਡੇ ਨੋਟਿਸ ਉਹਨੂੰ ਦਿੱਤਾ ਹੋਇਆ ਸੀ। ਸੋ ਇਹ ਸਾਰਾ ਕੁਝ ਫਰੀਦਕੋਟ ਕੇਸਾਂ 'ਚ ਹੋ ਚੁੱਕਾ ਸੀ, ਸਰਕਾਰ ਦੀ ਨੌਲੇਜ ਦੇ ਵਿੱਚ ਸੀ ਪਿਛਲੇ ਸਾਲ ਤੋਂ। ਤੁਹਾਨੂੰ ਲੱਗਦਾ ਵੀ ਸਰਕਾਰ ਲੋਕਾਂ ਨਾਲ ਇੱਦਾਂ ਹੀ ਮਾਈਂਡ ਗੇਮ ਖੇਡੀ ਜਾਂਦੀ ਹੈ? ਸਰਕਾਰ ਸ਼ੁਰੂ ਤੋਂ ਲੈ ਕੇ ਸਾਨੂੰ ਬੁੱਧੂ ਬਣਾ ਰਹੀ ਹੈ, ਸਾਨੂੰ ਅੱਜ ਦਾ ਨਹੀਂ ਬਣਾਉਣ ਲੱਗੇ, ਸਾਨੂੰ ਮੇਰੇ ਦੇਖ ਪਿਛਲੇ 75 ਸਾਲ ਤੋਂ ਬਣਾ ਰਹੇ ਨੇ। ਉਹ ਤਾਂ ਅਸੀਂ ਗਧੇ ਲੋਕ ਆ, ਇੱਕ ਦਿਨ ਤਾੜੀਆਂ ਮਾਰਦੇ, ਦੂਜੇ ਦਿਨ ਅਸੀਂ ਰੋਣ ਲੱਗ ਪੈਨੇ ਆ। ਸਾਨੂੰ ਆਦਤ ਬਣ ਚੁੱਕੀ ਹੈ ਇਸ ਕੰਮ ਦੀ। ਇਸ ਪੰਜਾਬ ਦੇ ਅੰਦਰ ਤੁਸੀਂ ਕਦੋਂ ਵੀ ਕੋਈ ਮਰਜ਼ੀ ਅਫੈਂਸ ਕਰਦੇ ਹੋ, ਕੋਈ ਜ਼ੁਲਮ ਕਰਦੇ ਹੋ, ਕੋਈ ਜੁਰਮ ਕਰਦੇ ਹੋ, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ, ਤੁਹਾਡੇ ਮਗਰ ਇੱਕ ਪਾਵਰਫੁਲ ਹੱਥ ਚਾਹੀਦਾ। ਤੇ ਜੇ ਤੁਸੀਂ ਘਰੋਂ ਕਮਜ਼ੋਰ ਹੋ, ਜਿਵੇਂ ਉਹ ਗੈਂਗਸਟਰ ਨੇ ਜਿਨ੍ਹਾਂ ਨੂੰ ਇੱਕ ਅੱਧਾ ਮਰਡਰ ਕੀਤੇ, ਆਪਾਂ ਉਹਨਾਂ ਦੇ ਫੇਕ ਐਨਕਾਊਂਟਰ ਜਾਂ ਐਨਕਾਊਂਟਰ ਕਰ ਦਿੰਦੇ ਆ, ਫਿਰ ਤੁਹਾਨੂੰ ਕੋਈ ਚੱਕਰ ਨਹੀਂ, ਫਿਰ ਤੁਹਾਨੂੰ ਗੋਲੀ ਵੀ ਵੱਜ ਸਕਦੀ ਹੈ। ਜੇ ਤੁਸੀਂ ਪਾਵਰਫੁਲ ਆਦਮੀ ਹੋ, ਫਿਰ ਤੁਹਾਡਾ ਕੁਝ ਨਹੀਂ ਵਿਗੜਦਾ ਇੰਡੀਆ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਅੰਦਰ। ਤੇ ਉਦੋਂ ਖਾਸ ਜੇ ਘੱਟ ਗਿਣਤੀਆਂ 'ਚ ਤੁਸੀਂ ਸਿੱਖਾਂ ਦਾ ਕਤਲੇਆਮ ਕੀਤਾ ਤਾਂ ਤੁਹਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ, ਕਿਸੇ ਜੋ ਮਰਜ਼ੀ ਕਰ ਸਕਦੇ। ਤੁਹਾਨੂੰ ਕੀ ਲੱਗਦਾਗਾ ਅੱਗੇ ਕਦੇ ਗ੍ਰਿਫਤਾਰੀ ਹੋਊਗੀ ਜਾਂ ਇਸ ਮਾਮਲੇ ਦੇ ਵਿੱਚ ਕੁਝ ਹੋਊਗਾ ਸੁਮੇਧ ਸਿੰਘ ਸੈਣੀ? ਦੇਖੋ, ਜੇ ਹਾਈ ਕੋਰਟ ਨੇ ਰੋਕਿਆ ਨਹੀਂ, ਉਹਨਾਂ ਨੇ ਕਿਹਾ 7 ਡੇ ਨੋਟਿਸ ਦੇਣਾ ਹੈ, ਇਹਨਾਂ ਨੂੰ ਨੌਲੇਜ ਅੱਜ ਨੋਟਿਸ ਦੇਣ ਉਹਨੂੰ। ਆਪਾਂ ਉਸ ਦਿਨ ਵੀ ਇਹ ਗੱਲ ਕੀਤੀ ਸੀ ਕਿ ਪਿੰਕੀ ਐਲੀਗੇਸ਼ਨ ਲਾ ਰਿਹਾ, ਉਹਨਾਂ 'ਚ ਨੋਟਿਸ ਦਿਓ। ਉਹਦਾ ਐਲੀਗੇਸ਼ਨ ਵੀ ਮਰਡਰ ਦੇ ਨੇ, ਦਿਓ ਨੋਟਿਸ ਉਹਨਾਂ ਕੇਸਾਂ ਦੇ ਵਿੱਚ, ਬੰਦਿਆਂ ਨੂੰ ਅਰੈਸਟ ਕਰੋ। ਜਿਹੜੇ ਵੀ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਉਦੋਂ ਬੰਦੇ ਮਾਰੇ ਨੇ, ਫੇਕ ਐਨਕਾਊਂਟਰ ਕੀਤੇ ਨੇ, ਉਹਨਾਂ ਦੇ ਖਿਲਾਫ ਤੁਸੀਂ ਪਰਚੇ ਦਰਜ ਕਰੋ। ਜੇ ਬੰਦਿਆਂ ਉਹਨਾਂ ਦੇ ਫੇਕ ਐਨਕਾਊਂਟਰ ਵਾਲਿਆਂ ਦੇ ਸਰਕਾਰ ਇਹ ਕੰਮ ਚੁੱਕਦੀ, ਕੇਸ ਚੁੱਕਦੀ, ਫਿਰ ਕਹਿੰਦੇ ਸਰਕਾਰ ਜਸਟਿਸ ਭਾਲਦੀ ਹੈ, ਸਰਕਾਰ ਜਸਟਿਸ ਦੇਣ ਨੂੰ ਕਰਦੀ ਹੈ। ਫਿਰ ਆਪਾਂ ਕਹਿੰਦੇ ਕਿ ਡੈਮੋਕ੍ਰੇਸੀ ਹੈਗੀ ਹੈ। ਇਹਦਾ ਕੋਈ ਡੈਮੋਕ੍ਰੇਸੀ ਨਹੀਂ, ਕੁਛ ਵੀ ਨਹੀਂ। ਇਹ ਕਿਸੇ ਕੰਟਰੀ ਦੇ ਅੰਦਰ ਇੱਕ ਇੰਨੇ ਬੰਦੇ ਮਾਰੇ ਜਾਣ, ਕੋਈ ਹਜ਼ਾਰਾਂ ਦੀ ਗਿਣਤੀ 'ਚ ਮੁੰਡੇ ਮਾਰ ਦਿੱਤੇ ਜਾਣ, ਘਰੋਂ ਚੁੱਕ ਕੇ ਮਾਰ ਦਿੱਤੇ ਜਾਂਦੇ ਹੋਣ, ਇੱਕੋ ਗੱਲ ਕਹਿ ਦੇਣ, ਉਸ ਵਕਤ ਕਹਿੰਦੇ ਹੁੰਦੇ ਸੀ ਕਬੂਤਰ ਫੜ ਲਿਓ। ਇਹੋ ਜਿਹੀਆਂ ਗੱਲਾਂ ਪੰਜਾਬ 'ਚ ਹੋਣ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਇਹ ਗੱਲ ਕਹੀ ਜਾਵੇ ਕਿ ਯਾਰ ਇਹ ਡੈਮੋਕ੍ਰੇਸੀ, ਕਾਹਦੀ ਡੈਮੋਕ੍ਰੇਸੀ ਦੱਸੋ ਤੁਸੀਂ ਮੈਨੂੰ? ਸ਼ਰੇਆਮ ਪੰਜਾਬ ਦੇ ਅੰਦਰ ਕਤਲੇਆਮ ਹੋਇਆ ਹੈ, ਬੰਦਾ ਚੀਕ ਕੇ ਕਹਿ ਰਿਹਾ, ਗਵਾਹ ਕਹਿ ਰਹੇ ਨੇ ਆ ਸਾਡੇ ਸਾਹਮਣੇ ਕਤਲ ਹੋਇਆ, ਪਰ ਇਹ ਸਰਕਾਰ ਨਹੀਂ ਮੰਨਦੀ।
ਖਾਰਾ ਸਾਹਿਬ ਗੁਨਾਹਗਾਰ ਤਾਂ ਉਹ ਲੋਕ ਵੀ ਆ ਜਿਹੜਾ ਨੇ ਉੱਚੀਆਂ ਪਦਵੀਆਂ ਤੇ ਫਿਰ ਬਿਠਾਏ, ਜਿਹੜਾ ਨੇ ਇਹਨਾਂ ਨੂੰ ਡੀਜੀਪੀ ਬਣਾਇਆ। ਦੇਖੋ ਪਹਿਲਾਂ ਅਕਾਲੀ ਸੀ, ਹੁਣ ਕਾਂਗਰਸੀ ਨੇ, ਇਹ ਬਰਾਬਰ ਹੀ ਨੇ, ਸਾਰੇ ਬਰਾਬਰ ਨੇ। ਤੇ ਤੀਜੀ ਥੋੜੀ ਆਮ ਆਦਮੀ ਇਸ ਪੁਆਇੰਟ ਤੇ ਬੋਲਦੀ ਨਹੀਂ ਪਈ। ਕਾਰਨ ਕੀ ਹੈ? ਮਰਨ ਵਾਲਾ ਸਿੱਖ ਹੈ। ਇਹਦੀ ਥਾਂ ਤੇ ਕੋਈ ਵੱਧ ਗਿਣਤੀ ਵਾਲਾ ਬੰਦਾ ਹੁੰਦਾ ਨਾ, ਕਿਤੇ 2 ਬੰਦੇ 'ਚ 1 ਬੰਦਾ ਵੀ ਮਾਰਿਆ ਹੁੰਦਾ ਤੇ ਹੁਣ ਸਰਦਾਰ ਜੀ ਸਟੇਟ ਦੂਜੇ ਬੰਨੇ ਲਾਈ ਪਈ ਹੋਣੀ ਸੀ। ਕਾਰਨ ਕਿ ਤੁਹਾਡੀ ਗਿਣਤੀ ਥੋੜੀ ਹੈ, ਤੁਹਾਡੀਆਂ ਵੋਟਾਂ ਹੀ ਨਹੀਂ, ਤੁਹਾਡੀਆਂ ਸੀਟਾਂ ਹੈ ਨਹੀਂ, ਨਾਲੇ ਤੁਹਾਨੂੰ ਉਹਨਾਂ ਨੇ ਇਹ ਮਹਿਸੂਸ ਕਰਾਉਣਾ ਹੈ ਕਿ ਤੁਸੀਂ ਇੱਕ ਗੁਲਾਮ ਕੌਮ। ਇਹ ਵੀ ਇੱਕ ਖਰਾ ਵੱਡਾ ਕਾਰਨ ਆ ਵੀ ਇਹ ਲੋਕਾਂ ਨੂੰ ਜਿਹੜੇ ਉੱਚ ਪਦਵੀਆਂ ਤੇ ਰਹੇ ਨੇ ਇਹਨਾਂ ਨੂੰ ਕਾਨੂੰਨ ਨਾਲ ਵੀ ਚੰਗੀ ਤਰ੍ਹਾਂ ਖੇਡਣਾ ਆਉਂਦਾ ਗਾ। ਦੇਖੋ ਜਿਹੜਾ ਬੰਦਾ ਲਗਾਤਾਰ ਉਹਨਾਂ ਬੰਦਿਆਂ ਨੂੰ ਹੌਸਲਾ ਹੈ ਕਿ ਅਸੀਂ ਜਿਵੇਂ ਮਰਜ਼ੀ ਕਰ ਲਈਏ, ਸਾਨੂੰ ਕੋਈ ਪੁੱਛਣ ਵਾਲਾ ਹੀ ਹੈ ਨਹੀਂ। ਕੋਈ ਵੀ ਪੰਜਾਬ 'ਚ ਮੁੱਖ ਮੰਤਰੀ ਆਉਂਦਾ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਬਚਾਉਂਦਾ ਹੈ। ਜੇ ਇਹਨਾਂ ਨੂੰ ਨਾ ਬਚਾਉਂਦੇ, ਹੁਣ ਇਹਨਾਂ ਦੀ ਪ੍ਰੋਟੈਕਸ਼ਨ ਨਾ ਕਰਨ, ਤੇ ਪੰਜਾਬ ਦੇ ਅੰਦਰ ਵੀ ਗੁੰਡਾਗਰਦੀ ਖਤਮ ਹੋ ਜੇ, ਇੱਕ ਬੜੀ ਵਧੀਆ ਸਟੇਟ ਬਣ ਸਕਦੀ ਸੀ। ਪਰ ਇਹਨਾਂ ਸਾਡੇ ਸਿਆਸਤਦਾਨਾਂ ਨੇ ਬਣਨ ਨਹੀਂ ਦਿੱਤੀ ਜੀ। ਮੁਹੰਮਦ ਮੁਸਤਫਾ ਦੀ ਗੱਲ ਕਰਦੇ ਆ, ਉਹਨਾਂ ਦੇ ਉੱਤੇ ਵੀ ਬੜੇ ਦੋਸ਼ ਲੱਗਦੇ ਨੇ, ਬੜੀਆਂ ਗੱਲਾਂ ਉੱਠਦੀਆਂ ਨੇ, ਬੜੀਆਂ ਹਜੇ ਉਹਨਾਂ ਦੇ ਉੱਤੇ ਵੀ ਕੋਈ ਦੋਸ਼ ਨਹੀਂ ਸਾਬਤ ਹੋਇਆ ਜਾਂ ਇਦਾਂ। ਉਹਨਾਂ ਨੂੰ ਵੀ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਕਾਂਗਰਸ ਦੇ, ਨਵਜੋਤ ਸਿੰਘ ਸਿੱਧੂ ਆਪਣਾ ਪ੍ਰਿੰਸੀਪਲ ਰਣਨੀਤੀਕਾਰ ਲਾਉਂਦੇ ਨੇ। ਇਹ ਕਿੱਧਰ ਨੂੰ ਜਾ ਰਿਹਾ ਸਿਸਟਮ, ਹੋ ਕੀ ਰਿਹਾ? ਕੀ ਲੀਡਰਾਂ ਨੂੰ ਜ਼ਰੂਰੀ ਆ ਵੀ ਇਹਨਾਂ ਲੋਕਾਂ ਨੂੰ ਅੰਦਰ ਬਾੜਨਾ ਜਿਹੜਾ ਤੇ ਪਹਿਲਾਂ ਹੀ ਕਿੰਤੂ ਪਰੰਤੂ ਉੱਠਦੇ ਨੇ? ਦੇਖੋ ਥੋੜੇ ਦਿਨ ਹੋਏ ਨੇ, ਇੱਕ ਅਖਬਾਰ ਦੀ ਕਟਿੰਗ ਵੀ ਪਈ ਹੋਈ ਹੈ, ਸਰਬਜੀਤ ਸਿੰਘ ਘਮਾਣ ਹੈ, ਉਹਨਾਂ ਨੇ ਬੜੀ ਕਲੀਅਰ ਕੀਤੀ ਇਹਨਾਂ ਦੇ ਬਾਰੇ ਕਿ 20 ਤਾਂ 21 ਮੁੰਡੇ ਸੀ ਜਿਹੜੇ ਉਦੋਂ ਇਹਨਾਂ ਨੇ ਮਾਰੇ ਸੀ ਇੱਥੇ ਆਪਣੇ ਮਖੂ ਦੇ ਕੋਲ ਜਾ ਕੇ। ਉਹ ਬਹੁਤ ਵੱਡਾ ਫੇਕ ਐਨਕਾਊਂਟਰ ਸੀ। 21 ਬੰਦਾ ਇਹ ਮਾਰਦੇ ਤੇ ਉਹ ਬੰਦਾ ਪੰਜਾਬ ਦਾ ਸਲਾਹਕਾਰ ਨਿਯੁਕਤ ਹੋ ਜੇ ਇਹਨਾਂ ਦਾ, ਉਹ ਇਹਨਾਂ ਦੇ ਅਹੁਦਿਆਂ ਤੇ ਚਲੇ ਜਾਵੇ। ਇਹ ਲਾਹਨਤ ਹੈ ਇਹੋ ਜਿਹੇ ਬੰਦਿਆਂ ਨੂੰ, ਸਾਡੀ ਸਿਆਸਤਦਾਨਾਂ ਨੂੰ ਲਾਹਨਤ ਹੈ ਜਿਨ੍ਹਾਂ ਨੇ ਸਿਰਾਂ ਤੇ ਪੱਗਾਂ ਬੰਨੀਆਂ ਹੋਈਆਂ ਨੇ। ਉਹ ਤੁਹਾਡੇ ਨੌਜਵਾਨ ਮੁੰਡੇ ਪੰਜਾਬ ਦੇ ਮਾਰ ਦਿੱਤੇ ਗਏ ਹੁਣ, ਫੇਕ ਐਨਕਾਊਂਟਰ ਹੋਣ, ਇਸ ਬੰਦੇ ਦਾ ਨਾਂ ਆਵੇ ਤੇ ਤੁਸੀਂ ਵੋਟਾਂ ਦੀ ਖਾਤਰ ਇਹਨਾਂ ਬੰਦਿਆਂ ਨੂੰ ਅਹੁਦੇ ਦੇਣੇ। ਤੁਹਾਡੇ ਤੇ ਅਕਾਲੀਆਂ 'ਚ ਕੀ ਫਰਕ ਹੈ ਦੱਸ ਦਿਓ ਤੁਸੀਂ ਮੈਨੂੰ। ਉਹਨਾਂ ਨੇ ਡੀਜੀਪੀ ਰੱਖਿਆ, ਤੁਸੀਂ ਸਲਾਹਕਾਰ ਰੱਖ ਲਿਆ। ਪਹਿਲਾਂ ਤੁਸੀਂ ਦੁਸ਼ਮਣ ਜੇ ਸਾਡੇ ਯਾਰ। ਪਹਿਲਾਂ ਇਹਨਾਂ ਨੂੰ ਸਲਾਹਕਾਰ ਰੱਖਿਆ ਗਿਆ, ਫਿਰ ਇਹਨਾਂ ਨੇ ਠਕਰਾਤਾ, ਹੁਣ ਉਦੋਂ ਵੱਡਾ ਉਹਦਾ ਦੇਤਾ। ਉਹ ਕਿਸੇ ਅਹੁਦੇ ਤੋਂ ਰੁੱਸ ਗਿਆ, ਹੁਣ ਉਹਦਾ ਛੋਟਾ ਮਿਲ ਗਿਆ, ਹੁਣ ਉਹਦਾ ਵੱਡਾ ਦੇਤਾ। ਤੁਸੀਂ ਉਹਦਾ ਦੇਣ ਵਾਲਾ ਕਿੱਡਾ ਸਾਊ ਆ, ਪਹਿਲਾਂ ਤਾਂ ਇਹ ਦੇਖੋ ਤੁਸੀਂ ਕਿ ਤੁਹਾਨੂੰ ਸੰਗ ਸ਼ਰਮ ਆਈ ਯਾਰ। ਤੁਸੀਂ ਤੁਹਾਡੀਆਂ ਅੱਜ ਸਰਦਾਰੀਆਂ ਸਾਡੇ ਕਰਕੇ ਨੇ। ਤੁਹਾਨੂੰ ਵੋਟ ਬਿਹਾਰੀ ਨੇ, ਯੂਪੀ ਨੇ ਨਹੀਂ ਪਾਉਣੀ, ਤੁਹਾਨੂੰ ਵੋਟ ਪਾਗੀ ਪਾ ਰਹੀ ਹੈ, ਜਿਨ੍ਹਾਂ ਦੇ ਕਤਲਾਂ ਤੇ ਕਾਤਲਾਂ ਨੂੰ ਤੁਸੀਂ ਖੁਸ਼ ਕਰਨ ਲਈ ਤੁੱਲੇ ਹੋਏ ਹੋ। ਇਹ ਸਮਾਂ ਦੂਰ ਨਹੀਂ, ਚਾਹੇ ਉਹ ਸਰਦਾਰ ਨਵਜੋਤ ਸਿੰਘ ਸਿੱਧੂ, ਚਾਹੇ ਸੁਖਬੀਰ ਬਾਦਲ ਹੈ। ਇਤਿਹਾਸ ਨੇ ਕਿਤੇ ਨੂੰ ਬਖਸ਼ਿਆ ਨਹੀਂ ਅਜੇ ਤੱਕ। ਜਿਹੜਾ ਵੀ ਇਤਿਹਾਸ ਦੇ ਵਿੱਚ, ਚਾਹੇ ਉਹ ਮੇਰੇ ਦੇਖਣ ਦੇ ਵਿੱਚ ਮੀਰ ਮਨੂੰ ਸੀ, ਚਾਹੇ ਉਹ ਜ਼ਕਰੀਆ ਖਾਂ ਸੀ, ਤੇ ਚਾਹੇ ਉਹ ਲਖਪਤ ਰਾਏ ਸੀ, ਜਿਹੜੇ ਕਾਤਲ ਹੋਏ ਨੇ ਉਹਨਾਂ ਨੂੰ ਇਤਿਹਾਸ ਨੇ ਕਾਤਲ ਹੀ ਦੱਸਿਆ। ਜਿੰਨਾ ਮਰਜ਼ੀ ਭੱਜ ਲਓ, ਹਿਸਟਰੀ ਤੁਹਾਨੂੰ ਛਿੱਤਰ ਮਾਰ ਕੇ ਰਹੇਗੀ ਤੁਹਾਡੇ ਵਰਗੇ ਸਿਆਸਤਦਾਨਾਂ। ਖਾਰਾ ਸਾਹਿਬ ਇੱਕ ਗੱਲ ਹੋਰ ਦੱਸਿਓ, ਇਹ ਪੁਆਇੰਟਾਂ ਤੋਂ ਹਟ ਕੇ ਥੋੜੀ ਜੀ ਗੱਲ, ਜਿਹੜੇ ਸਿਆਸਤਦਾਨ ਆ, ਚਾਹੇ ਉਹ ਹੋਣ ਸੁਖਬੀਰ ਸਿੰਘ ਬਾਦਲ, ਚਾਹੇ ਨਵਜੋਤ ਸਿੰਘ ਸਿੱਧੂ, ਚਾਹੇ ਅਰਵਿੰਦ ਕੇਜਰੀਵਾਲ, ਇਹ ਤਿੰਨੇ ਹੀ ਪੰਜਾਬ ਦੇ ਵਿੱਚ ਇਹ ਕਹਿ ਰਹੇ ਨੇ ਵੀ ਅਸੀਂ ਬਿਜਲੀ ਮੁਫਤ ਦੇ ਦਾਂਗੇ, ਫਲਾਨੀ ਚੀਜ਼ ਮੁਫਤ ਦੇ ਦਾਂਗੇ। ਸਰਕਾਰ ਇੱਧਰਲੇ ਪਾਸੇ ਨੂੰ, ਤੁਹਾਨੂੰ ਲੱਗਦਾ ਵੀ ਪੰਜਾਬ, ਇਹਨਾਂ ਨੂੰ ਇਹ ਲੱਗਦਾ ਵੀ ਪੰਜਾਬ ਦੇ ਲੋਕ ਇਹ ਚੀਜ਼ਾਂ ਨਾਲ ਮੰਨ ਜਾਣਗੇ, ਉਹ ਪਿਛਲੀਆਂ ਗੱਲਾਂ ਭੁੱਲ ਜਾਣਗੇ, ਜਾਂ ਜਿਹੜੇ ਅਤਿਆਚਾਰ ਹੋਇਆ ਚਾਹੇ ਕੌਮ ਤੇ ਹੋਇਆ, ਕਿਸੇ ਵਿਸ਼ੇਸ਼ ਧਰਮ ਤੇ ਹੋਇਆ, ਵੀ ਉਹ ਭੁੱਲ ਜਾਣਗੇ? ਦੇਖੋ ਜਿਹੜੀ ਕੌਮ ਮੋਦਕੀ ਦੇ ਸਭਰਾਵਾਂ ਦੀਆਂ ਲੜਾਈਆਂ ਲੜਨ ਵਾਲੀ ਕੌਮ, ਜਿੱਥੇ ਅੰਗਰੇਜ਼ ਨੇ ਰੋ ਕੇ ਲਿਖਿਆ ਹੋਵੇ ਕਿ ਕੌਮ ਹਾਰਨ ਵਾਲੀ ਨਹੀਂ ਸੀ, ਇਹਨਾਂ ਨੂੰ ਇਹਨਾਂ ਦੇ ਆਗੂਆਂ ਗਦਾਰਾਂ ਨੇ ਹਰਾਇਆ। ਜਦੋਂ ਸਭਰਾਵਾਂ ਦੀ ਲੜਾਈ ਹੋਈ ਆ ਤਾਂ ਉਸ ਵਕਤ ਉੱਥੋਂ ਦੇ ਅੰਗਰੇਜ਼ ਨੇ ਇੱਕ ਲਿਖਿਆ ਸੀ, ਕਹਿੰਦਾ ਅੱਜ ਮੇਰਾ ਲਿਖਣ ਨੂੰ ਜੀ ਨਹੀਂ ਕਰਦਾ, ਮੈਨੂੰ ਰੋਣ ਆਉਂਦਾ ਜਦੋਂ ਮੈਂ ਲਿਖਣ ਲੱਗਾ ਕਿ ਇਹ ਹਾਰ ਚੱਲੇ। ਕਾਰਨ ਕੀ ਹੈ? ਇਹਨਾਂ ਦੇ ਆਪ ਦੇ ਬੰਦਿਆਂ ਨੇ ਹਰਾਇਆ ਹੈ। ਉਹ ਲਾਲ ਸਿੰਘ ਸੀ, ਗੁਲਾਬ ਸਿੰਘ ਸੀ, ਤੇਜਾ ਸਿੰਘ ਸੀ, ਤੇ ਅੱਜ ਉਹ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਨੂੰ ਚੰਬੜੇ ਹੋਏ ਨੇ। ਅੱਜ ਵੀ ਸਾਡੇ ਸਾਹਮਣੇ ਗਦਾਰੇ ਖਲੋਤੇ ਹੋਏ ਨੇ। ਸੋ ਸਾਨੂੰ ਮਾਰਨ ਵਾਲੇ ਆਪਦੇ ਨੇ, ਇਹੀ ਪੇਠੇ ਛੁਰਾ ਮਾਰਦੇ ਨੇ। ਬਾਕੀ ਮੇਰੇ ਦੇਖੋ ਸਾਡੀ ਬੈਡ ਲੱਕ ਇਹ ਹੈ ਕਿ ਸਾਡੇ ਆਪ ਦੇ ਸਿੱਖ ਸਿਆਸਤਦਾਨ ਵੀ ਇਕੱਠੇ ਨਹੀਂ, ਸਾਡੇ ਜਿਹੜੇ ਲੀਡਰ ਨੇ। ਸੋ ਮੇਰੀ ਬੇਨਤੀ ਲੋਕਾਂ ਨੂੰ ਇਹ ਹੈ ਕਿ ਆਪਾਂ ਇਕੱਠੇ ਹੋ ਜਾਈਏ, ਵਰਨਾ ਇਸ ਤਰ੍ਹਾਂ ਹੀ ਫੇਕ ਐਨਕਾਊਂਟਰ ਹੋਣਗੇ, ਐਸੇ ਤਰ੍ਹਾਂ ਹੀ ਮੁੰਡਿਆਂ ਦੇ ਗੈਂਗਸਟਰ ਨਾਂ ਲੈ ਕੇ ਮਾਰੇ ਜਾਣਗੇ। ਸਾਨੂੰ ਅਕਲ ਨਹੀਂ ਆਉਂਦੀ, ਅਸੀਂ ਇਹਨਾਂ ਨੂੰ ਸਵਾਲ ਨਹੀਂ ਪੁੱਛਦੇ ਘਰੇ ਆਇਆਂ ਨੂੰ। ਸੋ ਮੈਂ ਇਹ ਗੱਲ ਕਹੂੰਗਾ ਕਿ ਜਿੰਨੇ ਸਾਡੇ ਪੰਜਾਬ ਦੇ, ਚਾਹੇ ਕਾਂਗਰਸ ਅਕਾਲੀ ਨੇ, ਇਹ ਸਾਡੇ ਸਿੱਖਾਂ ਦੇ ਦੁਸ਼ਮਣ ਨੇ। ਇਸ ਖਾਰਾ ਸਾਹਿਬ, ਜੇ ਐਸਜੀਪੀਸੀ ਦੀ ਗੱਲ ਕਰਦੇ ਆ, ਐਸਜੀਪੀਸੀ ਨੂੰ ਵੀ ਕਿਤੇ ਨਾ ਕਿਤੇ ਸਵਾਲ ਪੁੱਛਣਾ ਚਾਹੀਦਾ, ਜਾਂ ਉਹਨਾਂ ਨੂੰ ਵੀ ਜਾਂ ਕੋਰਟ 'ਚ ਮੂਵ ਹੋਣ, ਜਾਂ ਲੋਕਾਂ ਨੂੰ ਹੀ ਜਾਗਰਤ ਕਰਨ ਵੀ ਹੋ ਕੀ ਰਿਹਾ ਗਿਆ। ਇੱਕ ਪਾਸੇ ਸਿੱਖ ਮੁੰਡਿਆਂ ਦਾ ਕਤਲੇਆਮ ਕੀਤਾ ਗਿਆ, ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ, ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਦੂਜੇ ਪਾਸੇ ਇਹ ਇੱਦਾਂ ਸਿਸਟਮ ਕਰ ਰਹੇ ਨੇ ਪੋਲੀਟੀਕਲ ਲੋਕ, ਇਹਨਾਂ ਨੂੰ ਉੱਚੀਆਂ ਪਦਵੀਆਂ ਦੇ ਰਹੇ ਨੇ, ਆਪਦੇ ਸਲਾਹਕਾਰ ਰੱਖ ਰਹੇ ਨੇ, ਪਾਰਟੀਆਂ ਤੱਕ ਇਨਵੋਲਵ ਕਰ ਲਏ। ਇਹ ਹੋ ਕੀ ਰਿਹਾ? ਹਾਲਾਂਕਿ ਲੋਕਤੰਤਰ ਆ, ਹੋ ਸਕਦੇ ਨੇ, ਇਹ ਵੀ ਹੋ ਸਕਦੇ ਨੇ, ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਜਾਗ੍ਰਿਤੀ ਚਾਹੀਦੀ ਆ। ਦੇਖੋ ਜੇ ਦੇਖਿਆ ਜਾਵੇ ਤਾਂ ਸਾਡੇ ਜਿਹੜੇ ਹੈਗੇ ਨੇ ਆਪਣੀ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਹੈ ਕਿ ਇੱਕ ਪਰਿਵਾਰ ਦੇ ਅੰਡਰ ਜਾ ਚੁੱਕਾ ਹੈ।
ਉਹ ਹੁਣ ਕਾਲੀ ਫੂਲਾ ਸਿੰਘ ਵਾਲੀ ਗੱਲ ਨਹੀਂ ਅਸੀਂ ਕਹਿ ਸਕਦੇ ਕਿ ਬੜੇ ਰੋਹਬ ਨਾਲ ਕੰਮ ਕਰ ਲੈਣਾ ਤੇ ਰੋਹਬ ਨਾਲ ਆਰਡਰ ਕਰ ਦੇਣੇ ਜਾਂ ਗਲਤ ਨੂੰ ਗਲਤ ਕਹਿ ਦੇਣਾ ਤੇ ਸਹੀ ਨੂੰ ਸਹੀ ਕਹਿ ਦੇਣਾ। ਉਹ ਸਾਡੇ ਹੁਣ ਸਿਸਟਮ ਖਤਮ ਹੋ ਚੁੱਕਾ ਹੈ ਕਿਉਂਕਿ ਅਸੀਂ ਇੱਕ ਤਰ੍ਹਾਂ ਦੀ ਗੁਲਾਮੀ ਵੱਲ ਜਾ ਚੁੱਕੇ ਹਾਂ। RSS ਨੇ 1875 ਤੋਂ ਬਾਅਦ ਜਦੋਂ ਪੰਜਾਬ 'ਚ ਇੰਟਰ ਕੀਤਾ ਆਰੀਆ ਸਮਾਜ ਤਾਂ ਉਹਨਾਂ ਨੂੰ ਸਭ ਤੋਂ ਵੱਡਾ ਦੁਸ਼ਮਣ ਉਸ ਵਕਤ ਸਿੱਖ ਲੱਗਿਆ ਸੀ। ਫਿਰ RSS ਨੇ 47 ਦੇ ਕੋਲ ਆ ਕੇ ਤਰੀਕੇ ਨਾਲ ਆਪਦੀ ਦਖਲਅੰਦਾਜ਼ੀ ਇੱਧਰ ਕੀਤੀ। ਸੋ ਸਾਡੀ ਕਿਤੇ ਨਾ ਕਿਤੇ ਜਿਹੜੀ ਕੌਮ ਹੈ ਉਹ RSS ਦੇ ਅੰਡਰ ਹੈ, ਸਾਡੇ ਲੀਡਰ RSS ਦੇ ਅੰਡਰ ਨੇ। ਸੋ ਮੈਂ ਕਹੂੰਗਾ ਇੱਕ ਪ੍ਰੈਜੈਂਟ ਤਾਂ ਅਸੀਂ ਇੱਕ ਤਰ੍ਹਾਂ ਦਾ ਖਤਮ ਹੋ ਚੁੱਕੇ ਸਾਡੀ ਜਿਹੜੀ ਸਿੱਖ ਸਿਆਸਤਦਾਨ ਹੈ। ਤੇ ਸਾਨੂੰ ਆਪ ਨੂੰ ਦੁਬਾਰਾ ਵਾਪਸ ਆਉਣਾ ਪੈਣਾ ਹੈ। ਉਹੀ ਸਾਡੇ ਸਿੱਖ ਵਾਪਸ ਆਉਣਗੇ ਤੇ ਅਸੀਂ ਫੇਰ ਲੱਗਦਾ ਮੈਨੂੰ ਅੱਗੇ ਆਕੂ ਆ ਸਕਦੇ। ਤੁਹਾਨੂੰ ਲੱਗਦਾ ਵੀ ਇਹ ਗੱਲਾਂ ਤੇ ਸੋਚਣ ਦੀ ਲੋੜ ਹੈ? ਜੇ ਪਿਛਲੇ ਦਿਨੀ ਅਸੀਂ ਇੱਕ ਤਲਵੰਡੀ ਸਾਬੋ ਦੇ ਪਿੰਡ ਦੀ ਗੱਲ ਕਰਦੇ ਹਾਂ, ਉੱਥੇ ਵੀ ਤੁਹਾਨੂੰ ਪਤਾ ਟੂਣੇ ਟਾਮਣ ਵਾਲਾ ਕੀ ਸਿਲਸਿਲਾ ਚੱਲਿਆ। ਉਦੋਂ ਬਾਅਦ ਇੱਕ ਪਰਿਵਾਰ ਨੂੰ ਕਹਿ ਦਿੱਤਾ ਗਿਆ ਵੀ ਇਹ ਪਿੰਡ 'ਚ ਹੀ ਉਹ ਨਹੀਂ ਕਰ ਸਕਦੇ। ਤੁਹਾਨੂੰ ਕੀ ਲੱਗਦਾ ਵੀ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਸੋਚਣਾ ਪਊਗਾ? ਦੇਖੋ ਜੇ ਕਿਤੇ ਪ੍ਰਚਾਰ ਕੀਤਾ ਹੁੰਦਾ ਪਹਿਲੋਂ ਇਹ ਇਲਾਕਿਆਂ ਦੇ ਅੰਦਰ ਤੇ ਲੋਕ ਮੇਰੇ ਦੇਖੋ ਸਰਪੰਚ ਨੇ ਸ਼ਾਇਦ ਮੇਰੇ ਦੇਖੋ ਜਦੋਂ ਪਤਾ ਹੀ ਨਾ ਹੋਵੇ, ਮੈਂ ਮਿਲਿਆ ਨਹੀਂ ਸਰਪੰਚ ਨੂੰ, ਜੇ ਉਹਨੂੰ ਇੰਨੀ ਨੌਲੇਜ ਹੁੰਦੀ ਤਾਂ ਸਵੇਰੇ ਮਾਫੀ ਨਾ ਮੰਗਦਾ। ਤਾਂ ਮੇਰੇ ਦੇਖਣ ਚ ਉਹਨੂੰ ਕਿਤੇ ਇੱਥੇ ਨਾ ਕਿਤੇ ਘਾਟ ਆ ਪ੍ਰਚਾਰ ਦੀ। ਅਸੀਂ ਅੱਜ ਤੱਕ ਪ੍ਰਚਾਰ ਹੀ ਨਹੀਂ ਕੀਤਾ ਕਿ ਅਸੀਂ ਕੀ ਕੁਰਬਾਨੀਆਂ ਕੀਤੀਆਂ ਨੇ। ਅਸੀਂ ਆਪਦੇ ਪਿੰਡਾਂ ਦੇ ਲੋਕਾਂ ਨੂੰ ਦੱਸਿਆ ਹੀ ਨਹੀਂ ਅਜੇ ਤੱਕ। ਸੋ ਜੋ ਉਹ ਘਟਨਾ ਇਹ ਬੜੀ ਨਿੰਦਣਯੋਗ ਘਟਨਾ ਹੈ ਕਿ ਯਾਰ ਇੱਕ ਬੰਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਨੇ ਵਹਿਮ ਭਰਮ ਦੇ ਉਲਟ ਆ ਕੇ ਦੱਸਿਆ ਕਿ ਇਹ ਕੰਮ ਨਹੀਂ ਕਰਨੇ, ਤਾਂ ਗੁਰਸਿੱਖ ਪਰਿਵਾਰ ਨੇ ਉਹੀ ਕੀਤਾ। ਹੁਣ ਅੱਜ ਦੇ ਜ਼ਮਾਨੇ 'ਚ ਅਸੀਂ ਗੇਟ ਖਿਲਾ ਰਹੇ ਜਾਦੂ ਟੂਣੇ ਦੇ ਮਗਰ ਲੱਗ ਗਏ ਆ, ਅਜੂ ਤੇ ਮਾੜੀ ਗੱਲ ਕੀ ਹੋਊਗੀ? ਸੋ ਮੇਰੇ ਦੇਖੇ ਚ ਕਿਤੇ ਨਾ ਕਿਤੇ ਉਹ ਸਿੱਖ ਪਰਿਵਾਰ ਹੈ ਜਿਹੜਾ ਬੜਾ ਸਹੀ ਹੈ, ਉਹਨਾਂ ਨੇ ਸਹੀ ਜਿਹੜਾ ਆਪਣਾ ਰਸਤਾ ਅਖਤਿਆਰ ਕੀਤਾ ਹੈ। ਉਹ ਸਰਪੰਚ ਗਲਤ ਆ ਉਸ ਦੇ ਵਿੱਚ। ਸੋ ਇਹ ਕਮੇਟੀ ਦੀ ਡਿਊਟੀ ਬਣਦੀ ਸੀ ਕਿ ਅੱਗੇ ਆ ਕੇ ਇਹੋ ਜਿਹੇ ਬੰਦਿਆਂ ਨੂੰ ਅੱਗੇ ਲਾਓ, ਤੁਸੀਂ ਇਹਨਾਂ ਨੂੰ ਸਮਝਾਓ ਜਾਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੋ ਇਹਨਾਂ ਦੇ ਖਿਲਾਫ। ਤੁਸੀਂ ਅੱਜ ਇਹ ਰਸਤਾ ਤਾਂ ਅੱਜ ਤੋਂ 150-200 ਸਾਲ ਪਹਿਲਾਂ ਹੁੰਦਾ ਸੀ ਕਿ ਫਲਾਣਾ ਸਿੱਖ ਪਰਿਵਾਰ ਹੈ ਜਿਹਨੂੰ ਪਿੰਡ ਚੋਂ ਕੱਢ ਦਿਓ, ਫਲਾਣਾ ਪਰਿਵਾਰ ਨੂੰ ਪਿੰਡ ਚੋਂ ਕੱਢ ਦਿਓ। ਯਾਰ ਅੱਜ ਦੇ ਜ਼ਮਾਨੇ ਦੇ ਵਿੱਚ ਹੁਣ ਤਾਂ ਫੇਸਬੁੱਕ ਤੇ ਬੱਚਾ ਜਾਣਦਾ ਸਿੱਖਾਂ ਦੀਆਂ ਕੀ ਕੁਰਬਾਨੀਆਂ ਨੇ। ਇਹ ਸਾਰਿਆਂ ਨੂੰ ਪਤਾ ਕਿ ਬਾਬੇ ਨਾਨਕ ਨੇ ਕਿੰਨਾ ਵਿਰੋਧ ਕੀਤਾ ਇਹਨਾਂ ਜਿਹੜੇ ਗਲਤ ਕਰਮ ਹੁੰਦੇ ਸੀ, ਕਿਰਤੀਆਂ ਸੀ, ਉਹਨਾਂ ਦਾ ਗਲਤ ਵਿਰੋਧ ਕੀਤਾ ਹੋਇਆ ਹੈ। ਤੇ ਮੇਰੇ ਲੀਡਰਾਂ ਨੇ ਤਾਂ ਬੋਲਣਾ ਹੀ ਨਹੀਂ, ਉਹ ਤਾਂ ਮਰੇ ਹੋਏ ਨੇ। ਉਹਨਾਂ ਨੇ ਤਾਂ ਵੇਖਣਾ ਮਿਰਜੇ ਇੰਨੀ ਵੋਟ ਹੈ 1,500-2,000 ਵੋਟ ਸਾਡੀ ਉਲਟ ਜਾਊਗੀ ਇੱਕ ਪਰਿਵਾਰ ਮਗਰ, ਅਸੀਂ ਕੀ ਕਰਨਾ? ਉਹ ਨਹੀਂ ਖਲੋਂਦੇ, ਉਹਨਾਂ ਦਾ ਮਤਲਬ ਹੀ ਕੋਈ ਨਹੀਂ। ਸੋ ਮੇਰੇ ਦੇਖਣ 'ਚ ਕਿਤੇ ਨਾ ਕਿਤੇ ਸਾਡੀ ਐਜੂਕੇਸ਼ਨ ਦੀ ਕਮੀ ਹੈ, ਸਾਡੇ ਪ੍ਰਚਾਰ ਦੀ ਕਮੀ, ਸਾਡੇ ਲੀਡਰਾਂ ਦੀ ਕਮੀ ਹੈ। ਜਾਂਦੇ ਮੈਂ ਲਾਸਟ ਪ੍ਰਸ਼ਨ ਲੈਣਾ ਚਾਹੂੰਗਾ। ਜਿਹੜਾ ਬੇਅਦਬੀ ਵਾਲਾ ਕੇਸ ਆ, ਚਾਹੇ ਉਹ ਸਮੇਤ ਸਿੰਘ ਸੈਣੀ ਦੇ ਨਾਲ ਵੀ ਜੁੜਦਾ ਜਾਂ ਪਿਛਲੀ ਸਰਕਾਰ ਦੇ ਵੱਡੇ ਲੀਡਰਾਂ ਨਾਲ ਵੀ ਜੁੜਦਾ, ਤੁਹਾਨੂੰ ਲੱਗਦਾ ਵੀ ਇਹ ਕੇਸ ਦੇ ਵਿੱਚ ਇਨਸਾਫ ਮਿਲੂ ਜਾਂ ਕੁਝ ਹੋਊਗਾ ਕਦੇ ਵੀ? ਜਿਹੜੇ ਇਹ ਉੱਚ ਅਹੁਦਿਆਂ ਤੇ ਲੋਕ ਬੈਠੇ ਨੇ, ਚਾਹੇ ਉਹ ਲੀਡਰ ਹੋਣ, ਚਾਹੇ ਉਹ ਪੁਲਿਸ ਵਾਲੇ ਹੋਣ, ਚਾਹੇ ਉਹ ਕੋਈ ਵੀ ਅਧਿਕਾਰੀ ਹੋਵੇ, ਵੀ ਇਹਨਾਂ ਨੂੰ ਕਿਤੇ ਸਜ਼ਾ ਮਿਲੂਗੀ? ਦੇਖੋ ਇਹ ਇੱਕ ਡਰਾਮਾ ਚੱਲਿਆ ਸੀ ਸਾਲ ਡੇਢ ਸਾਲ। ਪਿਛਲੇ ਸਾਲ ਬੜਾ ਇੱਕ ਵਾਰੀ ਲੱਗਿਆ ਸੀ ਫਾਸਟ ਕੰਮ ਚੱਲ ਰਿਹਾ। ਉਦੋਂ ਵੀ ਸਿਆਸਤੀ ਸੀ ਵਿੱਚ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਵੀ ਸਿਆਸਤ ਵਾਲਾ ਪੁਆਇੰਟ ਚਲਾ ਗਿਆ। ਹੁਣ 2-3 ਮਹੀਨੇ ਫੇਰ ਬੜਾ ਫਾਸਟ ਚੱਲੇਗਾ। ਫਿਰ ਜਦੋਂ ਫਰਵਰੀ ਮਾਰਚ ਆ ਜਾਏਗੀ, ਇਲੈਕਸ਼ਨ ਲੰਘ ਜਾਣਗੇ, ਫਿਰ ਠੱਠੇ ਖੂਹ ਚਲੇ ਜਾਏਗਾ। ਜਿਹਨੂੰ ਸਨ 84 'ਚ ਬੈਠੇ ਹਾਂ ਅਸੀਂ, 36 ਸਾਲ ਸਾਨੂੰ ਉੱਥੇ ਹੋ ਗਏ। ਸੋ ਤੁਹਾਡੇ ਮੂੰਹ ਤੇ ਇੱਕ ਚਪੇੜ ਵੱਜ ਰਹੀ ਹੈ ਕਿ ਸਿੱਖੋ ਤੁਸੀਂ ਗੁਲਾਮ ਜੇ, ਜੋ ਮਰਜ਼ੀ ਕਰ ਲਓ। ਗੁਲਾਮਾਂ ਯਹੂਦੀਆਂ ਤੋਂ ਲੈ ਕੇ ਅੱਜ ਤੱਕ ਇਹੀ ਹੋਇਆ ਹੈ ਤੇ ਤੁਹਾਡੇ ਨਾਲ ਹੁੰਦਾ ਵੀ ਇਹ ਰਹਿਣਾ। ਜਦ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ, ਤੁਹਾਡੇ ਲੀਡਰ ਚੰਗੇ ਨਹੀਂ ਆਉਂਦੇ, ਤਦ ਤੱਕ ਤੁਹਾਡੇ ਨਾਲ ਐਸੇ ਤਰ੍ਹਾਂ ਹੀ ਹੋ। ਹੁਣ ਤਾਂ ਜਿਹੜੀਆਂ ਸਿੱਖਿਆ ਸੰਸਥਾਵਾਂ, ਖਾਸ ਕਰਕੇ PU ਦੀ ਗੱਲ ਕਰਦੇ ਹਾਂ, ਪੰਜਾਬ ਯੂਨੀਵਰਸਿਟੀ ਦੀ, ਉੱਥੇ ਵੀ ਕਾਬਜ ਹੋਣ ਨੂੰ ਫਿਰਦੀ ਆ RSS। ਸਾਰਾ ਤੁਸੀਂ ਦੇਖ ਹੀ ਰਹੇ ਹੋ, ਸੈਨੇਟ ਦੀਆਂ ਚੋਣਾਂ ਤੀਜੀ ਵਾਰ ਰੱਦ ਕੀਤੀਆਂ ਗਈਆਂ। ਉਹ ਹੋਣਾ ਜੀ, ਉਹਨਾਂ ਨੇ ਜਦੋਂ ਸਾਡੇ ਮਰੇ ਨੇ ਲੀਡਰ, ਸਾਡੇ ਮਰ ਚੁੱਕੇ ਨੇ, ਇਹਨਾਂ ਦੀ ਜ਼ਮੀਰਾਂ ਮਰ ਚੁੱਕੀਆਂ ਨੇ। ਮੇਰੇ ਦੇਖਣ 'ਚ ਅੱਜ ਸਾਨੂੰ ਜਥੇਬੰਦੀਆਂ ਨੂੰ ਅੱਗੇ ਲਾਉਣਾ ਚਾਹੀਦਾ, ਸਿੱਖ ਜਥੇਬੰਦੀਆਂ ਨੂੰ। ਛੱਡ ਕੇ ਸੜਕਾਂ ਦਾ ਖਹਿੜਾ, ਇਹ ਸੜਕਾਂ ਤਾਂ ਫਿਰ ਵੀ ਬਣ ਜਾਣਗੀਆਂ ਜੇ ਤੁਹਾਡੀ ਜ਼ਮੀਰ ਖਤਮ ਹੋ ਚੁੱਕੀ ਹੈ, ਤੁਹਾਡੀ ਹੋਂਦ ਖਤਮ ਹੋ ਗਈ ਪੰਜਾਬ 'ਚੋਂ। ਤੇ ਕੀ ਕਰੋਗੇ ਤੁਸੀਂ? ਟੁੱਟੀਆਂ ਬਿੱਲਾਂ ਨੂੰ ਕੀ ਕਰੋਗੇ 3-3 ਰੁਪਈਆ? ਸੋ ਤੁਹਾਨੂੰ ਜਿਹੜਾ ਆਪਦੀ ਹੋਂਦ ਬਚਾਉਣੀ ਚਾਹੀਦੀ ਹੈ ਯਹੂਦੀਆਂ ਆਕੂ, ਤਾਂ ਤੁਸੀਂ ਬਚੋਗੇ, ਵਰਨਾ ਨਹੀਂ ਬਚਦੇ। ਖਾਰਾ ਸਾਹਿਬ ਤੁਸੀਂ ਸਮਾਂ ਦਿੱਤਾ, ਧੰਨਵਾਦ ਜੀ। ਸੋ ਜਿਵੇਂ ਖਾਰਾ ਸਾਹਿਬ ਨੇ ਕਿਹਾ ਵੀ ਮੁਫਤਖੋਰੀ ਵੱਲ ਜਾਂ ਜਿਹੜੇ ਲੀਡਰ ਤੁਹਾਨੂੰ ਵਾਅਦੇ ਕਰਦੇ ਆ ਜਾਂ ਮੁਫਤਖੋਰੀ ਦੇ ਵੱਲ ਤੁਹਾਨੂੰ ਲਾਇਆ ਜਾਂਦਾ ਗਾ, ਜਾਂ ਇਹੋ ਜਿਹੇ ਵਾਅਦੇ ਕੀਤੇ ਜਾਂਦੇ ਆ ਵੀ ਇਹ ਪੰਜਾਬ ਨੂੰ ਜਾਂ ਕੈਲੀਫੋਰਨੀਆ ਬਣਾਇਆ ਜਾਊ ਜਾਂ ਹੋਰ ਕਿਸੇ ਵਧੀਆ ਮੁਲਕ ਦਾ ਨਾਮ ਦਿੱਤਾ ਜਾਂਦਾ, ਚਾਹੇ ਉਹ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ, ਹਮੇਸ਼ਾ ਹਰ ਇੱਕ ਪਾਰਟੀ ਲਾਲਚ ਹੀ ਦਿੰਦੀ ਆ। ਪਰ ਅਸਲ ਜਿਹੜਾ ਮੁੱਦਾ ਗਾ ਉਹ ਤੁਹਾਡੇ ਹੱਕਾਂ ਦੇ ਨਾਲ ਜੁੜਿਆ ਵਾ। ਤੁਹਾਡੀ ਇੱਕ ਪਾਸੇ ਕੌਮ ਮਰ ਰਹੀ ਆ, ਤੁਹਾਡੀਆਂ ਜਿਹੜੀਆਂ ਨਿੱਜੀ ਜ਼ਰੂਰਤਾਂ ਗੀਆਂ ਜਾਂ ਜਿਹੜੀਆਂ ਛੋਟੀਆਂ ਜ਼ਰੂਰਤਾਂ ਗੀਆਂ, ਉਹਨਾਂ ਨੂੰ
ਮੂਹਰੇ ਵੱਡਾ ਬਣਾ ਕੇ ਪੇਸ਼ ਕਰਕੇ ਜਾਂ ਬਦਲੀਆਂ ਵਾਲੀਆਂ ਚੀਜ਼ਾਂ ਨੂੰ ਮੂਹਰੇ ਰੱਖ ਕੇ ਤੁਹਾਡੇ ਮੂਹਰੇ ਰੱਖਿਆ ਜਾਂਦਾ ਵੀ ਤੁਹਾਡੇ ਮੁੰਡਿਆਂ ਨੂੰ ਅਸੀਂ ਨੌਕਰੀ ਦੇ ਦਾਂਗੇ, ਤੁਹਾਡੇ ਬੱਚਿਆਂ ਦੀ ਬਦਲੀ ਕਰਾ ਦਾਂਗੇ। ਪਰ ਦੂਜੇ ਪਾਸੇ ਜਿਹੜੇ ਅਸਲ ਮੁੱਦੇ ਆ ਉਹਨਾਂ ਤੋਂ ਤੁਹਾਨੂੰ ਪਾਸੇ ਕੀਤਾ ਜਾ ਰਿਹਾ। ਜਲਦੀ ਹੀ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।